ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੰਪੋਰਟੈਂਟ ਟਿਪਸ ਦੀ ਗੱਲ ਕਰਾਂਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਸਾਰਿਆਂ ਦਾ ਐਗਜ਼ਾਮ ਹੈ PS ਟੈਟ ਦਾ। ਸੋ ਆਪਾਂ ਕੁਝ ਇੰਪੋਰਟੈਂਟ ਟਿਪਸ ਦੀ ਗੱਲ ਕਰਾਂਗੇ। ਕਈਆਂ ਨੇ ਮੈਨੂੰ ਕੁਐਸਚਨਸ ਕੀਤੇ ਨੇ ਕਿ ਅਟੈਂਪਟ ਕਿਵੇਂ ਕਰੀਏ ਜੀ, ਤੁੱਕੇ ਕਿਵੇਂ ਲਗਾਈਏ। ਇਹਦੇ 'ਤੇ ਜ਼ਿਆਦਾ ਧਿਆਨ ਦੇ ਰਹੇ ਨੇ ਸਾਰੇ ਕਿ ਤੁੱਕੇ ਕਿਵੇਂ ਲਗਾਈਏ, ਤਿਆਰੀ ਨਹੀਂ ਹੋਈ ਹੈ ਨਾ। ਸੋ ਅਸੀਂ ਕਿਵੇਂ ਕਰ ਸਕਦੇ ਹਾਂ। ਸੋ ਇਹ ਸਾਰੀ ਗੱਲ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ, ਠੀਕ ਹੈ ਜੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਇਸ ਚੈਨਲ 'ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਕਈ ਐਗਜ਼ਾਮਸ ਹੁੰਦੇ ਨੇ ਉਹਨਾਂ ਦੇ ਰਿਗਾਰਡਿੰਗ ਜਿਹੜੀ ਅਪਡੇਸ਼ਨ ਹੈ ਉਹ ਤੁਹਾਨੂੰ ਜਿਹੜੀ ਹੈ ਸਭ ਤੋਂ ਪਹਿਲਾਂ ਮਿਲ ਸਕੇ, ਠੀਕ ਹੈ ਜੀ। ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਦੇਖੋ, ਪਹਿਲਾ ਸਭ ਤੋਂ ਜਿਹੜਾ ਕੁਐਸਚਨ ਦਾ ਆਪਾਂ ਕੋਸ਼ਿਸ਼ ਕਰਾਂਗੇ ਜਵਾਬ ਦੇਣ ਦਾ, ਉਹ ਹੈ ਕਿ ਅਟੈਂਪਟ ਕਿਵੇਂ ਕਰੀਏ, ਟਾਈਮ ਮੈਨੇਜਮੈਂਟ ਅਸੀਂ ਕਿਵੇਂ ਕਰੀਏ, ਠੀਕ ਹੈ ਜੀ। ਸੋ ਦੇਖੋ, ਅਗਰ ਅਸੀਂ ਪਹਿਲਾਂ ਪੇਪਰ 1 ਦੀ ਅਗਰ ਅਸੀਂ ਗੱਲ ਕਰੀਏ ਤਾਂ ਠੀਕ ਹੈ ਜੀ। ਅਗਰ ਅਸੀਂ ਦੇਖੋ ਪੇਪਰ 1 ਦੀ ਅਗਰ ਗੱਲ ਕਰੀਏ, ਦੇਖੋ ਪੇਪਰ 1 ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ CDP ਹੈ ਨਾ, ਮੈਥ ਔਰ EVS ਹੈ ਨਾ, ਇੰਗਲਿਸ਼ ਪੰਜਾਬੀ, ਇਹ ਜਿਹੜੇ 5 ਸਬਜੈਕਟ ਨੇ, ਠੀਕ ਹੈ ਜੀ। ਸੋ ਇਹ ਤਕਰੀਬਨ ਹੈ ਕਿ ਮਤਲਬ ਸਾਡੇ ਕੋਲ 2.5 ਘੰਟੇ ਦਾ ਜਿਹੜਾ ਆ ਸਮੇਂ ਹੋਣਾ ਆ, ਠੀਕ ਹੈ ਨਾ। ਸੋ 2.5 ਘੰਟੇ ਦੇ ਵਿੱਚ ਇਹ ਆਸਾਨੀ ਦੇ ਨਾਲ ਹੋ ਜਾਂਦਾ ਆ ਹੈ ਨਾ। ਪਰ ਕਈ ਵਾਰ ਮੈਥਸ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਆ ਜਾਂਦੀ ਹੈ ਨਾ ਕਿ ਮੈਥਸ ਨੂੰ ਕਈ ਵਾਰ ਕੁਐਸਚਨਸ ਕਰਨ ਨੂੰ ਟਾਈਮ ਲੱਗ ਜਾਂਦਾ ਆ। ਸੋ ਉਸ ਕੰਡੀਸ਼ਨ ਦੇ ਵਿੱਚ ਜਿਹੜਾ ਕੀ ਕੀਤਾ ਜਾਵੇ, ਸੋ ਮੈਂ ਇਹੀ ਜਿਹੜਾ ਐਡਵਾਈਸ ਕਰਾਂਗਾ ਸਾਰਿਆਂ ਨੂੰ ਕਿ ਜਿਹੜਾ ਸਭ ਤੋਂ ਪਹਿਲਾਂ ਹੈ ਜੀ, ਦੇਖੋ ਸਭ ਤੋਂ ਪਹਿਲਾਂ ਤੁਸੀਂ CDP ਕਰੋ, ਠੀਕ ਹੈ ਜੀ। CDP ਤੋਂ ਬਾਅਦ ਪੰਜਾਬੀ ਆਉਂਦੀ ਹੈ ਜੀ, ਤੁਸੀਂ ਪੰਜਾਬੀ ਕਰੋ, ਠੀਕ ਹੈ। ਪੰਜਾਬੀ ਤੋਂ ਬਾਅਦ ਇੰਗਲਿਸ਼, ਜੇ ਤਾਂ ਅਗਰ ਕਿਸੇ ਨੂੰ ਇੰਗਲਿਸ਼ ਦੇ ਵਿੱਚ ਪ੍ਰੋਬਲਮ ਹੈ, ਕਈ ਵਾਰ ਰਹਿੰਦਾ ਹੈ ਕਿ ਸਾਡੇ ਕੋਲ ਕੰਪਰੀਹੈਂਸ਼ਨ ਜਿਹੜਾ ਉਹ ਨਹੀਂ ਕਰ ਹੁੰਦਾ, ਸੋ ਤੁਸੀਂ ਇੰਗਲਿਸ਼ ਨੂੰ ਛੱਡ ਕੇ ਤੁਸੀਂ ਪਹਿਲਾਂ EVS ਕਰ ਲਓ। ਦੇਖੋ ਇਹਨਾਂ ਤਿੰਨਾਂ ਦੇ ਵਿੱਚ ਇੱਕ ਫਾਇਦਾ ਇਹ ਹੈ ਕਿ ਦੇਖੋ ਅਗਰ ਸਾਡੇ ਕੋਲ ਸਾਹਮਣੇ ਕੋਈ ਕੁਐਸਚਨ ਹੈ, ਠੀਕ ਹੈ, ਸੋ ਉਹ ਕੁਐਸਚਨ ਦਾ ਜਿਹੜਾ ਆਨਸਰ ਹੈ ਸਾਨੂੰ ਵਿਦਿਨ ਮਤਲਬ ਇੱਕ ਵਾਰ ਕੁਐਸਚਨ ਪੜ੍ਹ ਕੇ ਹੈ ਨਾ, ਮਤਲਬ 1 ਮਿੰਟ ਤੋਂ ਵੀ ਘੱਟ ਜਿਹੜਾ ਸਮਾਂ ਲੱਗਦਾ ਹੈ ਉਹਦਾ ਜਵਾਬ ਦੇਣ ਦੇ ਵਿੱਚ, ਕਿਉਂਕਿ ਅਸੀਂ ਕਈ ਵਾਰ ਦੱਸਣਾ ਹੀ ਹੁੰਦਾ ਹੈ ਨਾ ਕਿ ਬਈ ਇਹਦਾ ਇਹ ਆਨਸਰ ਹੈ। EVS ਦੇ ਵਿੱਚ ਅਗਰ ਸਾਨੂੰ ਕੋਈ ਪੁੱਛ ਲਿਆ ਕਿ ਬਈ ਕਿਹੜਾ ਫੂਡ ਹੈ, ਉਹ 'ਚ ਕਿਹੜਾ ਵਿਟਾਮਿਨ ਹੈ, ਕਈ ਵਾਰ ਤਾਂ ਸਾਨੂੰ ਵਿਦਿਨ 10 ਸੈਕਿੰਡ ਵੀ ਨਹੀਂ ਲੱਗਦੇ ਜਿਹੜਾ ਆਨਸਰ ਦੇਣ 'ਚ। ਸੋ ਜਿਹੜਾ ਇਹ 3 ਸੈਕਸ਼ਨ ਹੈ ਇਹ ਬਹੁਤ ਜਲਦੀ ਜਿਹੜੇ ਹੈ, ਤਕਰੀਬਨ ਅਸੀਂ ਜੇ ਇਹਨਾਂ ਨੂੰ 20 ਮਿੰਟ ਦਾ ਵੀ ਅਸੀਂ ਮਾਰਜਿਨ ਦਈਏ ਤਾਂ ਜਿਹੜਾ ਤੁਹਾਡਾ ਆ 1 ਘੰਟੇ ਦੇ ਵਿੱਚ 3 ਚੀਜ਼ਾਂ ਹੋ ਜਾਂਦੀਆਂ ਨੇ। ਅਤੇ ਬਾਅਦ 'ਚੋਂ ਜਿਹੜਾ 1.5 ਘੰਟਾ ਰਹਿ ਜਾਂਦਾ ਆ ਉਹਦੇ ਵਿੱਚ ਤੁਸੀਂ ਆਸਾਨੀ ਦੇ ਨਾਲ ਮੈਥ ਔਰ ਜਿਹੜਾ ਇੰਗਲਿਸ਼ ਤੁਸੀਂ ਕਰ ਸਕਦੇ ਆ, ਠੀਕ ਹੈ ਜੀ। ਸੋ ਇਹ 3 ਮੈਂ ਕਹਾਂਗਾ ਕਿ ਤੁਸੀਂ ਸਭ ਤੋਂ ਪਹਿਲਾਂ ਕਰ ਲਓ ਹੈ ਨਾ। ਉਸ ਤੋਂ ਬਾਅਦ ਤੁਸੀਂ ਮੈਥ ਕਰੋ, ਠੀਕ ਹੈ ਜੀ। ਮੈਥ ਕਰੋ। ਮੈਥ ਤੁਸੀਂ ਇਸ ਤਰੀਕੇ ਨਾਲ ਕਰੋ ਕਿ ਮਤਲਬ ਇੱਦਾਂ ਨਹੀਂ ਕਿ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਕਰਨ ਲੱਗ ਜਾਓ। ਮੈਥ ਦੇ ਪਹਿਲਾਂ ਤੁਸੀਂ ਪੈਡਾਗੋਜੀ ਦੇ ਕੁਐਸਚਨ ਕਰ ਲਓ, ਕਿਉਂਕਿ ਪੈਡਾਗੋਜੀ ਦੇ ਕੁਐਸਚਨ ਵੀ ਸੇਮ ਉਸੇ ਤਰ੍ਹਾਂ ਹੁੰਦੇ ਨੇ ਕਿ ਤੁਸੀਂ ਬਸ ਦੇਖਿਆ ਅਤੇ ਤੁਸੀਂ ਵਿਦਿਨ 20 ਸੈਕਿੰਡ ਦੇ ਵਿੱਚ ਤੁਸੀਂ ਆਨਸਰ ਜਿਹੜਾ ਉਹਦਾ ਟਿਕ ਕਰਤਾ, ਠੀਕ ਹੈ ਜੀ। ਪੈਡਾਗੋਜੀ ਦੇ ਜਿਹੜੇ ਕੁਐਸਚਨ ਸਾਰੇ ਕਰਕੇ ਉਸ ਤੋਂ ਬਾਅਦ ਤੁਸੀਂ ਜਿਹੜੇ ਮੈਥਸ ਦੇ ਸਮ ਨੇ ਹੈ ਨਾ, ਜਿਹੜੇ ਸੋਲਵ ਕਰਨ ਦੀ ਜਿਨ੍ਹਾਂ ਨੂੰ ਲੋੜ ਪੈਂਦੀ ਹੈ, ਉਸ ਤੋਂ ਬਾਅਦ ਤੁਸੀਂ ਮੈਥਸ ਦੇ ਸਮ ਜਿਹੜੇ ਆ ਉਹ ਸੋਲਵ ਕਰੋ, ਠੀਕ ਹੈ ਜੀ। ਉਹਦੇ ਵਿੱਚ ਵੀ ਅਗਰ ਤੁਹਾਨੂੰ ਕੋਈ ਵੀ ਇੱਕ ਸਮ 'ਤੇ ਅਗਰ ਤੁਸੀਂ ਜਾਂ ਤੁਹਾਡੇ ਕੋਲ 2 ਮਿੰਟ ਜਾਂ 3 ਮਿੰਟ ਤੋਂ ਵੱਧ ਸਮਾਂ ਲੱਗ ਰਿਹਾ ਆ ਤਾਂ ਉਹ ਮੈਥ ਦੇ ਸਮ ਨੂੰ ਉੱਥੇ ਹੀ ਛੱਡ ਦਿਓ, ਠੀਕ ਹੈ। ਸੋ ਤੁਸੀਂ ਪਹਿਲਾਂ ਤਾਂ ਇਹ ਦੇਖਣਾ ਹੈ ਕਿ ਕਿਹੜਾ ਤੁਹਾਨੂੰ ਸਮ ਆ ਰਿਹਾ ਹੈ, ਠੀਕ ਹੈ। ਇੰਪੋਰਟੈਂਟ ਜਿਹੜੇ ਸਮ ਹੈ, ਜਿਹੜੇ ਤੁਹਾਨੂੰ ਲੱਗ ਰਿਹਾ ਕਿ ਹਾਂ ਤੁਸੀਂ ਉਹ ਵਿਦਿਨ 1 ਜਾਂ 2 ਮਿੰਟ 'ਚੋਂ ਕੱਢ ਸਕਦੇ ਹਾਂ, ਤਾਂ ਤੁਸੀਂ ਉਹਨੂੰ ਪ੍ਰੈਫਰ ਕਰੋ, ਠੀਕ ਹੈ। ਅਤੇ ਉਹਨੂੰ ਛੇਤੀ ਜਿਹੜਾ ਹੈ ਉਹਨੂੰ ਤੁਸੀਂ ਸਮ ਨੂੰ ਜਿਹੜਾ ਉਹ ਕਰ ਦਿਓ, ਠੀਕ ਹੈ ਜੀ। ਮਤਲਬ ਜਿੱਥੇ ਤੁਸੀਂ ਸਮ ਦੇ ਵਿੱਚ ਕਹਿ ਲਓ ਖੜ੍ਹ ਗਏ ਹੈ ਨਾ, ਤੁਹਾਡੇ ਕੋਲ ਨਹੀਂ ਨਿਕਲ ਰਿਹਾ, ਅਤੇ ਉੱਥੇ ਟਾਈਮ ਵੇਸਟ ਜਿਹੜੀ ਮੈਂ ਮੇਨ ਗੱਲ ਕਹਾਂਗਾ, ਟਾਈਮ ਵੇਸਟ ਉੱਥੇ ਨਾ ਕਰੋ ਬਿਲਕੁਲ ਵੀ। ਕਈ ਵਾਰ ਇੱਦਾਂ ਹੁੰਦਾ ਕਿ ਸਾਡੇ 5 ਤੋਂ 10 ਮਿੰਟ ਇੱਕ ਸਮ 'ਤੇ ਲੱਗ ਜਾਂਦੇ ਨੇ, ਕਿ ਜੋ ਕਿ ਮਤਲਬ ਸਹੀ ਗੱਲ ਨਹੀਂ ਹੈ। ਸਾਡਾ ਜਿਹੜਾ ਪੂਰਾ ਕੌਨਸਨਟਰੇਟ ਹੈ ਜਿਹੜਾ ਉਹ ਖ਼ਰਾਬ ਹੋ ਜਾਂਦਾ ਹੈ, ਸਮ ਵੀ ਨਹੀਂ ਨਿਕਲਦਾ 10 ਮਿੰਟ ਬਾਅਦ, ਅਤੇ ਅਸੀਂ ਫਿਰ ਡੀਮੋਟੀਵੇਟ ਜੇ ਹੋ ਜਾਂਦੇ ਹਾਂ ਹੈ ਨਾ। ਸੋ ਇਸ ਲਈ ਅਗਰ ਕੋਈ ਇੱਕ ਸਮ 'ਤੇ 5 ਮਿੰਟ ਤੁਹਾਡੇ ਲੱਗ ਰਿਹਾ ਤਾਂ ਉਹ ਸਮ ਨੂੰ ਉੱਥੇ ਹੀ ਛੱਡ ਦਿਓ, ਠੀਕ ਹੈ ਜੀ। ਸੋ ਕੋਸ਼ਿਸ਼ ਕਰਨੀ ਆ ਕਿ ਜਿਹੜੇ ਤੁਹਾਨੂੰ ਸਮ ਆ ਰਹੇ ਨੇ ਪਹਿਲਾਂ ਤੁਸੀਂ ਉਹ ਸਮ ਜਿਹੜੇ ਹੈ ਪੂਰੇ ਪ੍ਰੋਪਰ ਜਿਹੜੇ ਹੈ ਤੁਸੀਂ ਕਰਨੇ ਆ, ਠੀਕ ਹੈ ਜੀ। ਅਤੇ ਇੱਦਾਂ ਹੀ ਮਤਲਬ ਤੁਸੀਂ ਅੱਗੇ ਕਰੀ ਜਾਣਾ ਹੈ। ਅਤੇ ਐਂਡ ਦੇ ਵਿੱਚ ਆ ਕੇ ਅਗਰ ਤੁਹਾਨੂੰ ਲੱਗਾ ਕਿ ਹੁਣ ਟਾਈਮ ਜਿਹੜਾ ਹੈ ਜ਼ਿਆਦਾ ਸਾਡਾ ਇਹਦੇ 'ਤੇ ਲੱਗ ਰਿਹਾ ਹੈ, ਠੀਕ ਹੈ, ਸੋ ਤੁਸੀਂ ਐਂਡ ਦੇ ਵਿੱਚ ਜਿਹੜੇ ਹੈ
25 ਤੋਂ 30 ਮਿੰਟ ਜਿਹੜੇ ਫਿਰ ਇੰਗਲਿਸ਼ ਲਈ ਵੀ ਬਚਾਉਣੇ ਹੈ, ਠੀਕ ਹੈ ਜੀ। ਕਿਉਂਕਿ ਕਈਆਂ ਨੂੰ ਇੰਗਲਿਸ਼ ਮਤਲਬ ਇੰਗਲਿਸ਼ ਮੈਥ ਨੂੰ ਤੁਸੀਂ ਇੱਕ ਦੂਜੇ ਦੇ ਨਾਲ ਕੰਪੇਅਰ ਕਰ ਸਕਦੇ ਆ, ਠੀਕ ਹੈ ਜੀ। ਮਤਲਬ ਕੰਪੇਅਰ ਆਪਾਂ ਉੱਦਾਂ ਤਾਂ ਨਹੀਂ ਕਰ ਸਕਦੇ ਕਿਉਂਕਿ ਓਬਵੀਅਸ ਮੈਥ ਨੂੰ ਟਾਈਮ ਕਈ ਵਾਰ ਜ਼ਿਆਦਾ ਲੱਗਦਾ ਹੈ, ਪਰ ਜਦੋਂ ਤੁਹਾਨੂੰ ਲੱਗਾ ਕਿ ਮੈਥ ਤਾਂ ਮੁਸ਼ਕਿਲ ਲੱਗ ਰਿਹਾ ਹੈ ਸਾਨੂੰ, ਸੋ ਇਸ ਲਈ ਹੈ ਕਿ ਫਿਰ ਇੰਗਲਿਸ਼ ਨੂੰ ਜਿਹੜਾ ਤੁਸੀਂ ਹੈ ਸਭ ਤੋਂ ਪਹਿਲਾਂ ਉਹ ਕਰ ਲਓ, ਹੈ ਨਾ। ਕਿਉਂਕਿ ਇੰਗਲਿਸ਼ 'ਚ ਪੈਰਾਗ੍ਰਾਫ ਹੈ, ਉਹਨੂੰ ਵੀ ਕਈ ਵਾਰ ਥੋੜ੍ਹਾ ਜਿਹਾ ਟਾਈਮ ਲੱਗਦਾ ਹੈ, ਠੀਕ ਹੈ ਜੀ। ਸੋ ਤੁਸੀਂ ਪਹਿਲੀਆਂ 3 ਚੀਜ਼ਾਂ ਤਾਂ ਇਹੀ ਕਰਨੀਆਂ ਨੇ, ਠੀਕ ਹੈ ਜੀ। ਸੋ ਜਿਹੜੀਆਂ ਬਾਕੀ ਇਹ 3 ਚੀਜ਼ਾਂ ਜਿਹੜੀਆਂ ਨੇ ਇਹ ਤੁਸੀਂ ਇੱਦਾਂ ਹੀ ਕਰਨੀਆਂ ਨੇ ਲਾਈਨ ਵਾਈਜ਼। ਮੈਥ ਔਰ ਇੰਗਲਿਸ਼ ਦੇ ਵਿੱਚ ਤੁਸੀਂ ਆਪਣੇ ਹਿਸਾਬ ਦੇ ਨਾਲ, ਅਗਰ ਤੁਹਾਡੀ ਇੰਗਲਿਸ਼ ਬੈਟਰ ਹੈ ਤੁਸੀਂ ਇੰਗਲਿਸ਼ ਪਹਿਲਾਂ ਕਰ ਲਓ, ਅਗਰ ਮੈਥ ਤੁਹਾਡਾ ਬੈਟਰ ਹੈ ਤਾਂ ਤੁਸੀਂ ਮੈਥ ਜਿਹੜਾ ਹੈ ਉਹ ਪਹਿਲਾਂ ਕਰ ਲਓ, ਠੀਕ ਹੈ ਜੀ। ਸੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਪੇਪਰ 2 ਵਾਲਿਆਂ ਦੀ, ਠੀਕ ਹੈ ਜੀ। ਦੇਖੋ ਜਿਹੜੇ ਪੇਪਰ 2 ਵਾਲੇ ਆ ਸੇਮ ਉਹਨਾਂ ਦਾ ਵੀ ਕੁਛ ਨਾ ਕੁਛ ਇੱਦਾਂ ਹੀ ਹੈ। ਸੋ ਜਿਹੜੇ ਤਾਂ SST ਵਾਲੇ ਨੇ, ਠੀਕ ਹੈ ਜੀ। SST ਵਾਲਿਆਂ ਲਈ ਤਾਂ ਮਤਲਬ ਮੈਂ ਕਹੂੰਗਾ ਜ਼ਿਆਦਾ ਮੁਸ਼ਕਿਲ, SST ਓਬਵੀਅਸ ਹੈ ਮੁਸ਼ਕਿਲ ਆਉਂਦੀ ਹੈ, ਠੀਕ ਹੈ। ਪਰ ਤੁਸੀਂ SST ਵਾਲੇ ਆ ਜਿਹੜੇ, ਉਹਨਾਂ ਦਾ ਇੱਦਾਂ ਹੁੰਦਾ ਹੈ ਕਿ ਅਗਰ ਤਾਂ ਸਾਨੂੰ ਕੁਐਸਚਨ ਆਉਂਦਾ ਹੈ ਸੇਮ, ਅਤੇ ਅਸੀਂ ਉਹਦਾ ਆਨਸਰ ਜਿਹੜਾ ਹੈ 10 ਸੈਕਿੰਡ ਤੋਂ ਵੀ ਪਹਿਲਾਂ ਅਸੀਂ ਆਨਸਰ ਦੇ ਸਕਦੇ ਹਾਂ। ਫੋਰ ਐਗਜ਼ਾਮਪਲ ਅਗਰ ਸਾਨੂੰ ਪੁੱਛ ਲਿਆ ਕਿ ਵੀ ਦੇਵੀ ਤਲਾ ਮੰਦਿਰ ਕਿੱਥੇ ਹੈ, ਠੀਕ ਹੈ। ਸਾਨੂੰ ਪਤਾ ਇਹ ਆਪਸ਼ਨ ਅੰਮ੍ਰਿਤਸਰ ਦਿੱਤਾ ਹੈ, ਜਲੰਧਰ ਦਿੱਤਾ ਹੈ, ਲੁਧਿਆਣਾ ਦਿੱਤਾ ਹੈ, ਹੁਸ਼ਿਆਰਪੁਰ ਦਿੱਤਾ ਹੈ। ਅਸੀਂ ਬਿਨਾਂ ਟਾਈਮ ਗਵਾਏ ਅਸੀਂ ਸਿੱਧਾ ਲਿਖ ਦਿੰਦੇ ਹਾਂ, ਸਿੱਧਾ ਆਪਾਂ ਟਿਕ ਕਰ ਦੇਣਾ ਕਿ ਵੀ ਜਲੰਧਰ, ਹੈ ਨਾ। ਸੋ ਬਹੁਤ ਘੱਟ ਸਮਾਂ ਲੱਗਦਾ ਹੈ, ਅਸੀਂ SST ਦੇ ਬੜੇ ਕੁਐਸਚਨ ਜਲਦੀ ਕਰ ਲੈਂਦੇ ਹਾਂ। ਸੋ ਇਹਦੇ ਵਿੱਚ ਜ਼ਿਆਦਾ ਮੁਸ਼ਕਲਾਤ ਜਿਹੜੀ ਹੈ ਉਹ ਨਹੀਂ ਆਉਂਦੀ, ਠੀਕ ਹੈ ਨਾ। ਸੋ ਇਹਦੇ ਵਿੱਚ ਤੁਸੀਂ ਸਿੱਧਾ ਹੀ CDP, ਭਾਵੇਂ ਪਹਿਲਾਂ ਤੁਸੀਂ CDP ਕਰ ਲਓ, ਹੈ ਨਾ। ਉਸ ਤੋਂ ਬਾਅਦ ਸੇਮ ਪੰਜਾਬੀ ਜਿੱਦਾਂ ਆਉਂਦਾ ਹੈ ਉਹ ਪੰਜਾਬੀ ਕਰ ਲਓ। ਇੰਗਲਿਸ਼ ਅਗਰ ਤੁਹਾਨੂੰ ਮੁਸ਼ਕਿਲ ਲੱਗਦੀ ਹੈ ਤਾਂ ਤੁਸੀਂ ਪਹਿਲਾਂ SST ਕਰ ਲਓ, ਠੀਕ ਹੈ। SST ਕਰਕੇ ਫਿਰ ਐਂਡ ਦੇ ਵਿੱਚ ਤੁਹਾਡੇ ਕੋਲ ਖੁੱਲ੍ਹਾ ਟਾਈਮ ਅਗਰ ਬਚਿਆ ਤਾਂ ਤੁਸੀਂ ਫਿਰ ਜਿਹੜਾ ਹੈ ਤੁਸੀਂ ਇੰਗਲਿਸ਼ ਨੂੰ ਜਿਹੜਾ ਹੈ ਉਹ ਆਰਾਮ ਦੇ ਨਾਲ ਤੁਸੀਂ ਕਰ ਲਓ, ਠੀਕ ਹੈ ਜੀ। ਸੋ ਇਹਦੇ ਵਿੱਚ ਜ਼ਿਆਦਾ ਟਾਈਮ ਦੀ ਮੈਨੇਜਮੈਂਟ ਦੀ ਜਿਹੜੀ ਇਹ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਆਸਾਨੀ ਦੇ ਨਾਲ ਜਿਹੜਾ ਹੈ ਹੋ ਜਾਂਦਾ ਹੈ, ਠੀਕ ਹੈ ਜੀ। ਇੰਗਲਿਸ਼ ਬਸ ਕਈ ਵਾਰ ਦਿੱਕਤ ਆਉਂਦੀ ਹੈ, ਸੋ ਤੁਸੀਂ ਇੰਗਲਿਸ਼ ਨੂੰ ਐਂਡ ਦੇ ਵਿੱਚ ਕਰ ਸਕਦੇ ਹਾਂ, ਠੀਕ ਹੈ ਨਾ ਜੀ। ਸੋ ਜਿਹੜੀ ਹੁਣ ਮੇਨ ਆਉਂਦੀ ਹੈ ਚੀਜ਼ ਉਹ ਆਉਂਦੀ ਹੈ ਜੀ ਪੇਪਰ 2 ਜਿਹੜੇ ਜੋ ਮੈਥਸ ਵਾਲੇ ਨੇ, ਠੀਕ ਹੈ ਜੀ। ਪੇਪਰ 2 ਮੈਥ ਐਂਡ ਸਾਇੰਸ, ਠੀਕ ਹੈ ਜੀ। ਸੋ ਇਹਦੇ ਵਿੱਚ ਵੀ ਕੁਛ ਇੱਦਾਂ ਹੀ ਹੈ ਜੀ। ਪਹਿਲਾਂ ਤਾਂ ਤੁਸੀਂ ਜਿਹੜਾ ਹੈ CDP ਪੰਜਾਬੀ ਇਹ ਤਾਂ ਤੁਸੀਂ ਜਿਹੜਾ ਪਹਿਲੇ ਨੰਬਰ 'ਤੇ ਜ਼ਰੂਰ ਕਰੋ। ਅਗਰ ਜਿਹਦੀ ਇੰਗਲਿਸ਼ ਵਧੀਆ ਹੈ, ਜਿਹੜਾ ਇੰਗਲਿਸ਼ ਆਸਾਨੀ ਦੇ ਨਾਲ ਕਰ ਸਕਦਾ ਹੈ ਉਹ ਇੰਗਲਿਸ਼ ਵੀ ਕਰ ਸਕਦਾ ਹੈ, ਠੀਕ ਹੈ ਜੀ। ਅਤੇ ਅਗਰ ਕਿਸੇ ਦੀ ਇੰਗਲਿਸ਼ ਨਹੀਂ ਸਹੀ ਹੈ, ਅਗਰ ਉਹਨੂੰ ਮੁਸ਼ਕਿਲ ਆਉਂਦੀ ਹੈ ਤਾਂ ਉਹ ਇੱਥੇ ਜਿਹੜਾ ਹੈ ਸਾਇੰਸ ਕਰ ਸਕਦਾ ਹੈ, ਠੀਕ ਹੈ ਜੀ। ਕਿਉਂਕਿ ਸਾਇੰਸ ਦੇ ਵਿੱਚ ਵੀ ਸੇਮ ਉਹੀ ਹੈ ਕਿ ਅਗਰ ਸਾਨੂੰ ਆਨਸਰ ਆ ਰਿਹਾ ਹੈ ਤਾਂ ਅਸੀਂ 5 ਸੈਕਿੰਡ 'ਚ 10 ਸੈਕਿੰਡ 'ਚ ਆਨਸਰ ਜਿਹੜਾ ਦੇ ਸਕਦੇ ਹਾਂ, ਠੀਕ ਹੈ ਜੀ। ਸੋ ਉਹ ਸਾਇੰਸ ਕਰ ਸਕਦੇ ਆ। ਅਗਰ ਕਿਸੇ ਦੀ ਇੰਗਲਿਸ਼ ਬੈਟਰ ਹੈ ਉਹ ਇੰਗਲਿਸ਼ ਕਰ ਸਕਦੇ ਆ। ਤਾਂ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਮੈਥ ਜਿਹੜਾ ਹੈ ਕਰੋਗੇ ਤਾਂ ਬੈਟਰ ਹੈ, ਠੀਕ ਹੈ ਜੀ। ਮੈਥ ਦੇ ਵਿੱਚ ਸੇਮ ਉਹੀ ਪਹਿਲਾਂ ਪੈਡਾਗੋਜੀ ਦੇ ਕੁਐਸਚਨ ਕਰੋ, ਠੀਕ ਹੈ ਜੀ। ਪੈਡਾਗੋਜੀ ਤੋਂ ਬਾਅਦ ਜਿਹੜੇ ਤੁਹਾਨੂੰ ਕੁਐਸਚਨ ਆਉਂਦੇ ਨੇ ਮੈਥਸ ਦੇ, ਤੁਹਾਨੂੰ ਲੱਗ ਰਿਹਾ ਈਜ਼ੀ ਤੁਸੀਂ ਵਿਦਿਨ 1 ਮਿੰਟ ਦੇ ਵਿੱਚ ਕਰ ਸਕਦੇ ਆ, ਤਾਂ ਤੁਸੀਂ ਫਿਰ ਜਿਹੜੇ ਉਹ ਸਮਜ਼ ਕਰੋ, ਠੀਕ ਹੈ ਜੀ। ਅਤੇ ਅਗਰ ਕੋਈ ਵੀ ਇੱਕ ਸਮ ਤੁਹਾਡਾ 5 ਮਿੰਟ ਤੋਂ ਵੱਧ ਅਗਰ ਕਿਸੇ 'ਤੇ ਲੱਗ ਗਏ, ਤੁਸੀਂ ਕਨਫਿਊਜ਼ ਹੋ ਰਹੇ ਕਿ ਹੁਣ ਨਹੀਂ ਨਿਕਲ ਰਿਹਾ, ਉੱਥੇ ਹੀ ਨਹੀਂ ਬੈਠ ਜਾਣਾ, ਠੀਕ ਹੈ। ਉਹ ਸਮ ਨੂੰ ਛੱਡ ਦੇਣਾ ਹੈ ਅਤੇ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਨੇ ਕਿ ਲਾਸਟ 'ਤੇ ਜਾ ਕੇ ਅਗਰ ਤੁਸੀਂ ਉਹਨੂੰ ਦੁਬਾਰਾ ਕਰੋ ਤਾਂ ਤੁਸੀਂ ਜਿਹੜਾ ਉਹਦਾ ਆਨਸਰ ਜਿਹੜਾ ਬੜਾ ਆਸਾਨੀ ਦੇ ਨਾਲ ਕਰ ਸਕਦੇ ਹਾਂ, ਠੀਕ ਹੈ ਜੀ। ਕਈ ਵਾਰ ਸਾਡਾ ਮਾਈਂਡ ਇੱਦਾਂ ਹੁੰਦਾ ਕਿ ਇੱਕਦਮ ਬਲੋਕ ਹੋ ਜਾਂਦਾ ਹੈ ਉੱਥੇ, ਕਿਉਂਕਿ ਅਸੀਂ ਇੱਕ ਸਮ 'ਤੇ ਧਿਆਨ ਦੇ ਦਿੰਦੇ ਹਾਂ, ਠੀਕ ਹੈ ਨਾ। ਸੋ ਉਹਨੂੰ ਅਸੀਂ ਫਿਰ ਲਾਸਟ ਦੇ ਵਿੱਚ ਵੀ ਜਿਹੜਾ ਕਰਦੇ ਹਾਂ ਤਾਂ ਇਹ ਆਸਾਨੀ ਦੇ ਨਾਲ ਅਸੀਂ ਕਰ ਸਕਦੇ ਹਾਂ, ਠੀਕ ਹੈ ਜੀ। ਸੋ ਇੱਦਾਂ ਕਰਕੇ ਉਸ ਤੋਂ ਬਾਅਦ ਮੈਥ ਤੋਂ ਬਾਅਦ ਫਿਰ ਅਗਰ ਇੱਥੇ ਜਿਹਨੇ ਤਾਂ ਸਾਇੰਸ ਕਰ ਲਈ ਹੈ, ਠੀਕ ਹੈ ਜੀ, ਉਹ ਤਾਂ ਫਿਰ ਵਧੀਆ ਹੈ। ਉਸ ਤੋਂ ਬਾਅਦ ਫਿਰ ਉਹ ਲਾਸਟ ਦੇ ਵਿੱਚ ਜਿਹੜਾ ਆ ਇੰਗਲਿਸ਼ ਕਰ ਸਕਦਾ ਹੈ। ਅਗਰ ਕਿਸੇ ਨੇ ਤਾਂ ਇੰਗਲਿਸ਼ ਕਰ ਲਈ ਤਾਂ ਉਹ ਲਾਸਟ ਦੇ ਵਿੱਚ ਸਾਇੰਸ ਕਰ ਸਕਦਾ ਹੈ, ਕਿਉਂਕਿ ਸਾਇੰਸ ਵਿਦਿਨ ਅਸੀਂ 20 ਮਿੰਟ ਦੇ ਵਿੱਚ ਜਾਂ 25 ਮਿੰਟ 'ਚ ਆਸਾਨੀ ਦੇ ਨਾਲ ਹੋ ਜਾਂਦੀ ਹੈ, ਠੀਕ ਹੈ ਜੀ। ਸੋ ਤੁਸੀਂ ਇੱਦਾਂ ਪੈਟਰਨ ਦੇ ਨਾਲ ਜਿਹੜਾ ਹੈ ਤੁਸੀਂ ਕਰ ਸਕਦੇ ਹਾਂ। ਬਾਕੀ ਮੈਂ ਇੱਥੇ ਫਿਰ ਕਹਾਂਗਾ ਕਿ ਇਹ ਕੋਈ ਬਹੁਤ ਫਿਕਸ ਨਹੀਂ ਚੀਜ਼ ਹੈ ਨਾ। ਤੁਸੀਂ ਇਹ ਜਸਟ ਕਹਿ ਲਓ ਕਿ ਕਿਸੇ ਦਾ ਐਕਸਪੀਰੀਅੰਸ ਹੁੰਦਾ ਹੈ, ਠੀਕ ਹੈ ਜੀ, ਜੋ ਕਈ ਵਾਰ ਸਟੂਡੈਂਟ ਦੱਸਦੇ ਨੇ ਉਹਦੇ ਅਕੋਰਡਿੰਗ ਅਸੀਂ ਇਹ ਚੀਜ਼ ਜਿਹੜਾ ਕਰਦੇ ਹਾਂ। ਪਰ ਮਤਲਬ ਇਹ ਕਿ ਕਾਫੀ ਹੱਦ ਤੱਕ ਅਸੀਂ ਇੱਦਾਂ ਮੈਨੇਜ ਕਰਕੇ ਜਿਹੜਾ ਹੈ ਅਸੀਂ ਐਨਾਲਾਈਜ਼ ਕਰਕੇ ਜਿਹੜਾ ਹੈ
ਉਹ ਅਸੀਂ ਕਰ ਸਕਦੇ ਹਾਂ। ਠੀਕ ਹੈ ਜੀ। ਸੋ ਇੱਥੇ ਇੱਕ ਜਿਹੜਾ ਇੰਪੋਰਟੈਂਟ ਜਿਹੜੀ ਚੀਜ਼ ਆਉਂਦੀ ਹੈ, ਜੋ ਤਾਂ ਮਤਲਬ ਕਈ ਜਣਿਆਂ ਨੇ ਪੁੱਛਿਆ ਹੈ ਕਿ ਵੀ ਤੁੱਕੇ ਦੇ ਨਾਲ ਅਸੀਂ ਕਿਵੇਂ ਕਰ ਸਕਦੇ ਹਾਂ ਜੀ, ਕਿ ਅਸੀਂ ਤੁੱਕੇ ਲਗਾ ਕੇ ਪਾਸ ਹੋ ਸਕਦੇ ਹਾਂ ਜੀ। ਹੁਣ ਦੇਖੋ ਜੀ, ਇਹ ਮਤਲਬ ਬਹੁਤ ਵਧੀਆ ਗੱਲ ਨਹੀਂ ਹੈਗੀ, ਹੈ ਨਾ, ਕਿ ਅਸੀਂ ਪੇਪਰ ਦੀ ਤਿਆਰੀ ਕਰ ਰਹੇ ਇੰਨੇ ਟਾਈਮ ਤੋਂ ਅਤੇ ਅਸੀਂ ਇਸ ਟਾਈਮ 'ਤੇ ਆ ਕੇ ਅਸੀਂ ਕਹੀਏ ਕਿ ਅਸੀਂ ਵੀ ਤੁੱਕੇ ਲਗਾ ਕੇ ਪਾਸ ਹੋ ਸਕਦੇ ਹਾਂ। ਠੀਕ ਹੈ ਨਾ। ਸੋ ਇਹਦੇ ਮੈਂ ਤੁਹਾਨੂੰ ਇਹਦੇ ਪਿੱਛੇ ਜਿਹੜੀ ਮੈਂ ਇੱਕ ਚੀਜ਼ ਦੱਸ ਸਕੀ ਕਿ ਤੁੱਕੇ ਵੀ ਕਿਵੇਂ ਲਗਾ ਸਕਦੇ ਹਾਂ, ਹੈ ਨਾ, ਕਿ ਤੁੱਕੇ ਜਿਹਦੇ ਪਿੱਛੇ ਜਿਹੜੀ ਇੱਕ ਸਾਈਕੀ ਹੈ, ਉਹ ਤੁੱਕਿਆਂ ਦੇ ਪਿੱਛੇ ਦੇਖੋ ਸਾਈਕੀ ਕੀ ਹੈ। ਦੇਖੋ ਜਿਹੜੇ ਤੁੱਕੇ ਲਗਾਉਣੇ ਹੁੰਦੇ ਆ, ਹੈ ਨਾ ਜੀ, ਉਹਦੇ ਵਿੱਚ ਜਿਹੜੀ ਮੇਨ ਜਿਹੜੀ ਚੀਜ਼ ਹੈ ਉਹ ਹੈ ਕਿ ਪਹਿਲੀ ਗੱਲ ਕਿ ਤੁਸੀਂ ਘੱਟੋ ਘੱਟ ਪੜ੍ਹੇ ਹੋਣੇ ਚਾਹੀਦੇ ਆ, ਹੈ ਨਾ। ਸਾਰਾ ਸਿਲੇਬਸ 'ਤੇ ਜਿਹੜੀ ਤੁਸੀਂ ਜਿਹੜੀ ਇਹ ਨਿਗਾਹ ਜਿਹੜੀ ਹੈ ਉਹ ਮਾਰੀ ਹੋਣੀ ਚਾਹੀਦੀ ਹੈ ਨਾ। ਤੁੱਕੇ ਇੱਦਾਂ ਨਹੀਂ ਹੈ ਕਿ ਅਸੀਂ ਕੁਛ ਵੀ ਨਹੀਂ ਪੜ੍ਹੇ ਅਤੇ ਅਸੀਂ ਤੁੱਕੇ ਲਗਾ ਲਈਏ ਅਤੇ ਅਸੀਂ ਇੱਕ ਪਾਸ ਹੋ ਜਾਈਏ। ਸੋ ਤੁਸੀਂ ਜਿਹੜਾ ਇੱਦਾਂ ਅਗਰ ਤੁਸੀਂ ਕਹੋਗੇ ਕਿ ਪਾਸ ਹੋ ਜਾਈਏ ਤਾਂ ਤੁਸੀਂ ਬਿਲਕੁਲ ਪਾਸ ਨਹੀਂ ਹੋਵੋਗੇ। ਠੀਕ ਹੈ ਜੀ। ਸੋ ਜਿਹੜੇ ਤੁੱਕੇ ਲਗਾਉਣੇ ਨੇ ਉਹਦੇ ਪਿੱਛੇ ਦੀ ਜਿਹੜੀ ਸਾਈਕੀ ਹੈ, ਮੈਂ ਉਹਦੇ ਬਾਰੇ ਤੁਹਾਨੂੰ ਇਹਦੇ ਵਿੱਚ ਵੀਡੀਓ ਦੇ ਵਿੱਚ ਜਿਹੜਾ ਜ਼ਰੂਰ ਦੱਸੂਗਾ। ਦੇਖੋ ਤੁੱਕੇ ਜਦੋਂ ਅਸੀਂ ਲਗਾਉਂਦੇ ਹਾਂ, ਹੈ ਨਾ, ਮੰਨ ਲਓ ਸਾਡੇ ਕੋਲ ਕੋਈ ਇੱਕ ਕੁਐਸਚਨ ਹੈ, ਠੀਕ ਹੈ ਜੀ, ਉਹਦੀਆਂ 1 2 3 4 ਉਹਦੀਆਂ ਆਪਸ਼ਨਸ ਨੇ। ਠੀਕ ਹੈ। ਸੋ ਦੇਖੋ ਹਮੇਸ਼ਾ ਇੱਦਾਂ ਹੁੰਦਾ ਹੈ ਕਿ ਕੁਐਸਚਨ ਅਗਰ ਸਾਨੂੰ ਕੋਈ ਆਇਆ ਹੋਇਆ ਹੈ, ਉਹਦੇ ਵਿੱਚੋਂ ਇੰਨਾ ਸਾਨੂੰ ਜ਼ਰੂਰ ਪਤਾ ਹੁੰਦਾ ਹੈ ਕਿ ਇਹਨਾਂ 4 ਆਪਸ਼ਨਾਂ ਦੇ ਵਿੱਚੋਂ ਕੋਈ ਇੱਕ ਆਪਸ਼ਨ ਸਾਨੂੰ ਇੱਦਾਂ ਦੀ ਜ਼ਰੂਰ ਪਤਾ ਹੁੰਦੀ ਹੈ ਕਿ ਇਹ ਤਾਂ ਆਨਸਰ ਇਸ ਦਾ ਨਹੀਂ ਹੈਗਾ। ਠੀਕ ਹੈ। ਅਗਰ ਅਸੀਂ ਉਹ ਦੇਵੀ ਤਲਾਬ ਵਾਲੀ ਐਗਜ਼ਾਮਪਲ ਲਈਏ, ਅਗਰ ਅਸੀਂ ਕਹੀਏ ਕਿ ਵੀ ਦੇਵੀ ਤਲਾਬ ਮੰਦਿਰ ਕਿੱਥੇ ਹੈ ਨਾ, ਅੰਮ੍ਰਿਤਸਰ ਹੈ, ਲੁਧਿਆਣਾ ਹੈ, ਜਲੰਧਰ ਹੈ, ਹੁਸ਼ਿਆਰਪੁਰ ਹੈ, ਤਾਂ ਸਾਨੂੰ ਉੱਥੇ ਇੰਨਾ ਤਾਂ ਸਾਨੂੰ ਕਈ ਵਾਰ ਸ਼ੋਰ ਹੁੰਦਾ ਹੈ ਕਿ ਵੀ ਜਿਹੜਾ ਦੇਵੀ ਤਲਾਬ ਮੰਦਿਰ ਹੈ ਉਹ ਅੰਮ੍ਰਿਤਸਰ ਤਾਂ ਉਹ ਨਹੀਂ ਹੈ ਬਿਲਕੁਲ, ਹੈ ਨਾ, ਇੰਨਾ ਤਾਂ ਅਸੀਂ ਸ਼ੋਰ ਹੁੰਦੇ ਹੀ ਹਾਂ। ਦੇਖੋ 4 ਆਪਸ਼ਨਾਂ 'ਚੋਂ ਫਿਰ ਅਸੀਂ 3 ਆਪਸ਼ਨਾਂ ਤੱਕ ਰਹਿ ਜਾਂਦੇ ਹਾਂ। ਫਿਰ ਅਸੀਂ 3 ਆਪਸ਼ਨਾਂ ਦੇ ਵਿੱਚ ਦੇਖਣਾ ਹੁੰਦਾ ਹੈ ਕਿ ਅਸੀਂ ਮਤਲਬ ਕੀ ਕਰੀਬ ਆਨਸਰ ਕਿਹੜਾ ਹੋ ਸਕਦਾ ਹੈ। ਸੋ ਦੇਖੋ 3 ਆਪਸ਼ਨਾਂ ਦੇ ਵਿੱਚ ਵੀ ਅਸੀਂ ਐਂਡਲੇ 2 ਤੱਕ ਆ ਜਾਂਦੇ ਹਾਂ ਕਿ ਜਿਹਦੇ ਵਿੱਚ ਸਾਨੂੰ ਇੱਦਾਂ ਹੋ ਜਾਂਦਾ ਕਿ ਇਹਦਾ ਆਨਸਰ ਜਾਂ ਤਾਂ ਇਹ ਆ, ਜਾਂ ਤਾਂ ਇਹ ਆਨਸਰ ਆ, ਜਾਂ ਤਾਂ ਫਿਰ ਇਹਦਾ ਬੀ ਆਨਸਰ ਆ। ਠੀਕ ਹੈ ਜੀ। ਸੋ ਅਸੀਂ ਮਤਲਬ 2 ਆਪਸ਼ਨਾਂ ਤੱਕ ਅਸੀਂ ਆ ਜਾਂਦੇ ਹਾਂ। ਠੀਕ ਹੈ ਜੀ। ਦੇਖੋ ਹੁਣ 2 ਆਪਸ਼ਨਾਂ ਦੇ ਵਿੱਚ ਨਾ ਜਿਹੜੀ ਸਾਡੀ ਜਿਹੜੀ ਇੰਟਿਊਸ਼ਨ ਹੁੰਦੀ ਹੈ, ਜਿਹੜੀ ਸਾਡੀ ਇੱਕ ਅੰਦਰਲੀ ਇੱਕ ਕਹਿ ਲਓ ਆਵਾਜ਼ ਹੁੰਦੀ ਹੈ ਨਾ, ਕਿ ਉਹ ਦੋਨੋਂ ਆਪਸ਼ਨਾਂ ਨੂੰ ਦੇਖ ਕੇ ਜਿਹੜੀ ਹੈ ਨਾ ਸਭ ਤੋਂ ਪਹਿਲੀ ਜਿਹੜੀ ਸਾਡੇ ਅੰਦਰ ਇੱਕ ਇੰਟਿਊਸ਼ਨ ਜੀ ਆਉਂਦੀ ਹੈ ਨਾ, ਤਾਂ ਪ੍ਰੋਬੇਬਲੀ ਅਗਰ ਮੈਂ 100 ਦੀ ਗੱਲ ਕਰਾਂ ਤਾਂ 100 ਦੇ ਵਿੱਚੋਂ ਜਿਹੜਾ ਆ 85 ਜਿਹੜਾ % ਹੈ ਉਹ ਚਾਂਸਿਸ ਹੁੰਦੇ ਹੈ ਕਿ ਸਾਡਾ ਉਹੀ ਆਨਸਰ ਸਹੀ ਹੁੰਦਾ, ਕਿ ਜਿਹਦੇ ਅੰਦਰ ਸਾਡੀ ਜਿਹੜੀ ਇੱਕਦਮ ਇੰਟਿਊਸ਼ਨ ਜੀ ਜਿਹੜੀ ਦੇਖਦੇ ਹੀ ਸਾਨੂੰ ਲੱਗਦਾ ਵੀ ਹਾਂ ਇਹ ਆਨਸਰ ਆ। ਠੀਕ ਹੈ ਜੀ। ਸੋ ਦੇਖੋ ਤੁੱਕਾ ਜਿਹੜਾ ਉਹ ਇੱਦਾਂ ਕੰਮ ਕਰਦਾ। ਹੁਣ ਇਹਦੇ ਮੈਂ ਜੇਕਰ ਪਿੱਛੇ ਗੱਲ ਕਰਾਂ, ਤੁਸੀਂ ਹਮੇਸ਼ਾ ਦੇਖਿਆ ਹੋਊਗਾ, ਅਗਰ ਤੁਸੀਂ ਮੰਨ ਲਓ ਬਾਜ਼ਾਰ ਜਾ ਰਹੇ ਆ, ਠੀਕ ਹੈ ਜੀ, ਤੁਸੀਂ ਬਾਜ਼ਾਰ ਗਏ ਅਤੇ ਤੁਹਾਡੇ ਮੂਹਰੇ ਇੱਕ ਫੇਸ ਨਿਕਲਿਆ, ਠੀਕ ਹੈ, ਤਾਂ ਤੁਸੀਂ ਅਚਾਨਕ ਤੁਸੀਂ ਆਪਣੇ ਨਾਲ ਦੇ ਫਰੈਂਡ ਜਾਂ ਆਪਣੇ ਘਰਦਿਆਂ ਨੂੰ ਕਿਹਾ ਕਿ ਕਿਤੇ ਦੇਖਿਆ ਲੱਗਦਾ ਇਹ ਬੰਦਾ, ਹੈ ਨਾ। ਆਪਾਂ ਹਮੇਸ਼ਾ ਕਹਿੰਦੇ ਹਾਂ ਸਾਡੇ ਨਾਲ ਇੱਦਾਂ ਹੁੰਦਾ ਆ, ਅਤੇ ਪਰ ਉਹ ਦੇਖੋ ਹੁਣ ਬੰਦਾ ਸਾਨੂੰ ਪਹਿਚਾਣ 'ਚ ਨਹੀਂ ਆਉਂਦਾ, ਪਰ ਸਾਨੂੰ ਜ਼ਰੂਰ ਇੱਦਾਂ ਹੁੰਦਾ ਹੈ ਕਿ ਵੀ ਇਹ ਬੰਦਾ ਕਿਤੇ ਦੇਖਿਆ ਹੈ। ਫਿਰ ਥੋੜ੍ਹੇ ਟਾਈਮ ਬਾਅਦ ਆ ਕੇ ਸਾਨੂੰ ਯਾਦ ਆ ਜਾਂਦਾ ਕਿ ਹਾਂ ਵੀ ਮੈਂ ਉਹ ਫਲਾਣੀ ਜਗ੍ਹਾ 'ਤੇ ਜਿਹੜਾ ਇਹ ਬੰਦੇ ਨੂੰ ਦੇਖਿਆ ਸੀ। ਠੀਕ ਹੈ। ਸੋ ਸਾਡਾ ਜਿਹੜਾ ਮਾਈਂਡ ਆ ਜੀ, ਦੇਖੋ ਉਹ ਮਾਈਂਡ ਮਤਲਬ ਇੰਨਾ ਸ਼ਾਰਪ ਆ, ਅਗਰ ਸਾਡੇ ਮਾਈਂਡ ਦੇ ਅੱਗਿਓਂ ਕੋਈ ਇੱਕ ਵਾਰ ਚੀਜ਼ ਨਿਕਲ ਜਾਵੇ, ਕੋਈ ਫੇਸ ਨਿਕਲ ਜਾਵੇ, ਤਾਂ ਭਾਵੇਂ ਉਹ ਅਨਕੌਂਸ਼ੀਅਸ ਹੀ ਹੋਵੇ, ਅਸੀਂ ਅਨਕੌਂਸ਼ੀਅਸਲੀ ਦੇਖ ਰਹੇ ਹੋਵਾਂ, ਪਰ ਜਿਹੜਾ ਸਾਡੇ ਮਾਈਂਡ ਹੈ ਉਹ ਜਿਹੜਾ ਉਹ ਬੰਦੇ ਨੂੰ ਅੰਦਰ ਫੀਡ ਕਰ ਲੈਂਦਾ, ਉਹਦੇ ਫੇਸ ਨੂੰ ਆਪਣੇ ਮਾਈਂਡ ਦੇ ਵਿੱਚ। ਇਸ ਲਈ ਜਦੋਂ ਅਸੀਂ ਮਹੀਨੇ ਬਾਅਦ 2 ਮਹੀਨੇ ਬਾਅਦ ਅਗਰ ਅਸੀਂ ਉਹ ਸੇਮ ਬੰਦਾ ਦੇਖਦੇ ਹਾਂ, ਤਾਂ ਸਾਡੇ ਅੰਦਰ ਇੱਕ ਇੰਟਿਊਸ਼ਨ ਜੀ ਆਉਂਦੀ ਹੈ ਕਿ ਹਾਂ ਬਈ ਯਾਰ ਇਹ ਬੰਦਾ ਕਿਤੇ ਦੇਖਿਆ ਆ। ਸੋ ਉਹਦਾ ਕਾਰਨ ਇਹ ਹੁੰਦਾ ਕਿ ਅਸੀਂ ਉਸ ਬੰਦੇ ਨੂੰ ਪਹਿਲਾਂ ਦੇਖਿਆ ਹੁੰਦਾ, ਉਹਦੀ ਇਮੇਜ ਸਾਡੀ ਮਾਈਂਡ ਦੇ ਵਿੱਚ ਹੁੰਦੀ ਹੈ। ਠੀਕ ਹੈ ਜੀ। ਹੁਣ ਤੁਸੀਂ ਕਹੋਗੇ ਕਿ ਇਹਨੂੰ ਅਸੀਂ ਇਹਦੇ ਨਾਲ ਕਿੱਦਾਂ ਰਿਲੇਟ ਕਰਾਂਗੇ। ਦੇਖੋ ਬਿਲਕੁਲ ਸੇਮ ਇੱਦਾਂ ਹੀ ਹੁੰਦਾ ਹੈ। ਅਗਰ ਅਸੀਂ ਕੋਈ ਜਿਹੜਾ ਸਿਲੇਬਸ ਹੈ ਅਸੀਂ ਸਾਰਾ ਆਪਣੇ ਵੱਲੋਂ ਜਿਹੜਾ ਰੀਡ ਕੀਤਾ ਹੈ, ਠੀਕ ਹੈ ਜੀ, ਸਾਰਾ ਸਿਲੇਬਸ ਅਗਰ ਅਸੀਂ ਆਪਣੇ ਪੂਰੀ ਮਿਹਨਤ ਦੇ ਨਾਲ ਅਸੀਂ ਅਗਰ ਪੂਰਾ ਸਿਲੇਬਸ ਅਸੀਂ ਰੀਡ ਕੀਤਾ ਹੈ, ਸਾਰੀਆਂ ਚੀਜ਼ਾਂ ਸਾਡੇ ਅੱਖਾਂ ਦੇ ਮੂਹਰੋਂ ਲੰਘੀਆਂ ਨੇ, ਠੀਕ ਹੈ ਜੀ, ਸੋ ਉਦੋਂ ਜਿਹੜੇ ਤੁੱਕੇ ਹੈ ਉਦੋਂ ਮਤਲਬ ਕੰਮ ਆਉਂਦੇ ਨੇ।
ਠੀਕ ਹੈ ਜੀ। ਮਤਲਬ ਜਦੋਂ ਅਸੀਂ ਪੜ੍ਹਦੇ ਹਾਂ ਤੁੱਕੇ ਵੀ ਉਦੋਂ ਕੰਮ ਆਉਂਦੇ ਨੇ। ਅਗਰ ਅਸੀਂ ਕਹੀਏ ਪੜ੍ਹਿਆ ਨਾ ਹੋਵੇ ਅਤੇ ਤੁੱਕੇ ਕੰਮ ਆ ਜਾਣ, ਅਸੀਂ ਅੱਖਾਂ ਮੀਟ ਕੇ ਕੋਈ ਜਵਾਬ ਲਾ ਦਈਏ ਤਾਂ ਉਹ ਬਿਲਕੁਲ ਗਲਤ ਹੈ। ਅਗਰ ਕੋਈ ਇੱਦਾਂ ਕਹਿ ਵੀ ਰਿਹਾ ਹੈ ਤਾਂ ਉਹ ਬਿਲਕੁਲ ਗਲਤ ਗੱਲ ਹੈ, ਠੀਕ ਹੈ। ਸੋ ਤੁੱਕੇ ਉਦੋਂ ਕੰਮ ਆਉਂਦੇ ਨੇ ਅਗਰ ਅਸੀਂ ਸਿਲੇਬਸ ਸਾਰਾ ਰੀਡ ਕੀਤਾ ਹੋਵੇ, ਠੀਕ ਹੈ ਜੀ। ਉਦੋਂ ਫਿਰ ਅਸੀਂ 4 ਤੋਂ ਅਸੀਂ 3 ਆਪਸ਼ਨਾਂ ਤੱਕ ਆ ਜਾਂਦੇ ਹਾਂ, 3 ਤੋਂ 2 'ਤੇ ਆ ਜਾਂਦੇ ਹਾਂ। ਫਿਰ ਉੱਥੇ ਜਿਹੜੀ ਸਾਡੀ ਅੰਦਰਲੀ ਇੰਟਿਊਸ਼ਨ, ਅੰਦਰਲੀ ਆਵਾਜ਼ ਹੈ, ਉਹ ਜਦੋਂ ਅਸੀਂ ਚੂਜ਼ ਕਰਦੇ ਹਾਂ ਤਾਂ 85% ਚਾਂਸ ਹੁੰਦੇ ਆ ਕਿ ਸਾਡਾ ਉਹ ਆਨਸਰ ਸਹੀ ਹੋਵੇ। ਪਰ ਅਗਰ ਤੁਸੀਂ ਇੱਦਾਂ ਕਹੋ ਕਿ ਸਾਡੇ ਕੋਲ ABCD ਆਪਸ਼ਨ ਹੈ ਅਤੇ ਅਸੀਂ ਕੀ ਕਰੀਏ ਜੀ, ਅਸੀਂ ਤੁੱਕੇ ਲਗਾਉਣੇ ਨੇ, ਅਸੀਂ ਪਹਿਲੇ 4 ਕੁਐਸਚਨ 'ਚ A ਲਾ ਦਿੰਦੇ ਹਾਂ, ਫਿਰ B ਲਾ ਦਿੰਦੇ ਹਾਂ, ABC ਲਾ ਦਿੰਦੇ ਹਾਂ, CD ਲਾ ਦਿੰਦੇ ਹਾਂ। ਸੋ ਇਹ ਬਿਲਕੁਲ ਗਲਤ ਹੈ। ਇੱਦਾਂ ਤਾਂ ਤੁਸੀਂ ਮਤਲਬ ਕਹਿ ਲਓ ਕਿ ਬਸ ਆਪਣੇ ਮਨ ਨੂੰ ਧਰਾਸ ਹੀ ਦਊਂਗੇ, ਹੈ ਨਾ, ਕਿ ਵੀ ਅਸੀਂ ਕਰ ਰਹੇ ਹਾਂ। ਪਰ ਇੱਦਾਂ ਕੁਛ ਵੀ ਨਹੀਂ ਹੋਣਾ। ਸੋ ਤੁੱਕੇ ਉਦੋਂ ਹੀ ਲੱਗਦੇ ਨੇ ਜਦੋਂ ਅਸੀਂ ਪੂਰਾ ਸਿਲੇਬਸ ਜਿਹੜਾ ਹੈ ਉਹ ਪੜ੍ਹਿਆ ਹੋਊਗਾ, ਠੀਕ ਹੈ ਜੀ। ਸੋ ਅਗਰ ਤਾਂ ਜਿਨ੍ਹਾਂ ਨੇ ਪੜ੍ਹਿਆ ਆ, ਠੀਕ ਹੈ ਜੀ, ਉਹਨਾਂ ਨੂੰ ਤਾਂ ਨਹੀਂ ਟੈਨਸ਼ਨ ਲੈਣ ਦੀ ਲੋੜ। ਦੇਖੋ ਨਰਵਸਨੈਸ ਸਾਰਿਆਂ ਨੂੰ ਹੁੰਦੀ ਹੈ, ਠੀਕ ਹੈ ਨਾ, ਪਰ ਅਗਰ ਪੜ੍ਹਿਆ ਹੋਇਆ ਹੈ ਤਾਂ ਆਪਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ। ਉੱਥੇ ਜਦੋਂ ਇੱਕ ਮਾਹੌਲ ਜਿਹਾ ਬਣਦਾ ਹੈ ਤਾਂ ਸਾਡੀ ਪੂਰੀ ਕੌਨਸਨਟ੍ਰੇਟ ਜਿਹੜੀ ਹੈ ਵਾਪਸ ਆ ਜਾਂਦੀ ਹੈ, ਠੀਕ ਹੈ। ਪਹਿਲਾਂ ਅਸੀਂ ਕਈ ਵਾਰ ਡੀਮੋਟੀਵੇਟ ਹੋ ਜਾਂਦੇ ਹਾਂ ਵੀ ਡਰ ਲੱਗਦਾ, ਹੈ ਨਾ, ਪਰ ਜਦੋਂ ਅਸੀਂ ਉੱਥੇ ਇੱਕਦਮ ਬਹਿੰਦੇ ਹਾਂ ਮਾਹੌਲ ਦੇ ਵਿੱਚ ਅਤੇ ਉਦੋਂ ਜਿਹੜੀ ਸਾਡੀ ਕੌਨਸਨਟ੍ਰੇਟ ਜਿਹੜੀ ਹੈ ਆਪਣੇ ਆਪ ਜਿਹੜੀ ਹੈ ਬਣਨੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ ਜੀ। ਸੋ ਜਿਹੜੇ ਪੜ੍ਹੇ ਨੇ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਉਹ ਬਿਲਕੁਲ ਰਿਲੈਕਸ ਲੈਣ, ਠੀਕ ਹੈ ਜੀ। ਇੱਕ ਗੱਲ ਮੈਂ ਹੋਰ ਕਹਾਂਗਾ ਕਿ ਕੱਲ੍ਹ ਨੂੰ ਜਿਵੇਂ ਅਗਰ ਕਿਸੇ ਦਾ ਪੇਪਰ 1 ਹੈ, ਠੀਕ ਹੈ, ਉਹਨਾਂ ਦੀ ਤਾਂ ਜਿੱਦਾਂ ਸਵੇਰੇ ਸ਼ਿਫਟ ਹੋਵੇਗੀ, ਹੈ ਨਾ, ਅਤੇ ਜਿਨ੍ਹਾਂ ਦਾ ਤਾਂ ਇਕੱਲਾ ਸੈਕਿੰਡ ਪੇਪਰ ਹੈ, ਠੀਕ ਹੈ, ਉਹਨਾਂ ਦਾ 2 ਵਜੇ ਪੇਪਰ ਹੈ, ਠੀਕ ਹੈ ਜੀ। ਸੋ ਮੈਂ ਇਹ ਕਹਾਂਗਾ ਕਿ ਜਿਨ੍ਹਾਂ ਦਾ ਫਸਟ ਪੇਪਰ ਹੈ, ਜਿਨ੍ਹਾਂ ਦਾ ਸਵੇਰੇ 9 ਜਾਂ 10 ਵਜੇ ਜਿਹੜੀ ਟਾਈਮਿੰਗ ਹੋਵੇਗੀ, ਠੀਕ ਹੈ ਜੀ, ਤਾਂ ਉਹ ਪੇਪਰ ਦੇਣ ਤੋਂ ਪਹਿਲਾਂ ਘੱਟੋ ਘੱਟ 6 ਤੋਂ ਜਿਹੜਾ 7 ਘੰਟੇ ਨੇ, ਠੀਕ ਹੈ, 6 ਤੋਂ ਜਿਹੜੇ 7 ਘੰਟੇ ਨੇ ਉਹ ਪ੍ਰੋਪਰ ਜਿਹੜਾ ਆ ਰੈਸਟ ਜ਼ਰੂਰ ਕਰਨ, ਠੀਕ ਹੈ ਜੀ। ਇੱਦਾਂ ਨਾ ਹੋਵੇ ਕਿ ਤੁਸੀਂ ਬਈ ਪੇਪਰ ਸਵੇਰੇ ਤੁਹਾਡਾ 9 ਵਜੇ ਹੈ ਜੀ, ਤੁਸੀਂ ਰਾਤ ਦੇ 2 ਵਜੇ ਤੋਂ ਜਾਂ ਕੱਲ੍ਹ ਦੇ ਪੜ੍ਹਦੇ ਹੋਏ ਅਤੇ ਤੁਸੀਂ ਸਵੇਰੇ ਜਾ ਕੇ 5-6 ਵਜੇ ਸੌਵੋ ਜਾਂ ਤੁਸੀਂ 4-5 ਵਜੇ ਸੌਵੋ, ਠੀਕ ਹੈ ਜੀ। ਸੋ ਮਾਈਂਡ ਨੂੰ ਜਿਹੜਾ ਰੈਸਟ ਜਿਹੜਾ ਪ੍ਰੋਪਰ ਤੁਸੀਂ 6-7 ਘੰਟੇ ਦਾ ਜਿਹੜਾ ਪ੍ਰੋਪਰ ਰੈਸਟ ਜ਼ਰੂਰ ਦੇਣਾ ਹੈ, ਅਤੇ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਨਾ। ਮਾਈਂਡ ਸਾਡਾ ਕਈ ਵਾਰ ਉੱਥੇ ਇੱਕਦਮ ਬਲੋਕ ਹੋ ਜਾਂਦਾ, ਫਿਰ ਸਾਨੂੰ ਕੁਛ ਨਹੀਂ ਸਮਝ ਲੱਗਦਾ, ਸਭ ਹੌਚ ਪੌਚ ਹੋ ਜਾਂਦਾ, ਠੀਕ ਹੈ ਨਾ ਜੀ। ਸੋ ਇਹ ਇੱਕ ਐਡਵਾਈਸ ਹੈ ਮੇਰੇ ਵੱਲੋਂ, ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਉਮੀਦ ਹੈ ਕਿ ਇਹਦੇ ਵਿੱਚ ਕੁਛ ਕੁ ਗੱਲਾਂ ਤੁਹਾਨੂੰ ਜਿਹੜੀਆਂ ਇਹ ਵਧੀਆ ਲੱਗੀਆਂ ਹੋਣਗੀਆਂ ਜਾਂ ਤੁਹਾਡੇ ਕਿਸੇ ਵੀ ਤਰ੍ਹਾਂ ਅਗਰ ਕੰਮ ਆਵੇਗੀ ਕੱਲ੍ਹ ਦੇ ਐਗਜ਼ਾਮ ਦੇ ਵਿੱਚ, ਤਾਂ ਮੈਨੂੰ ਵੀ ਵਧੀਆ ਲੱਗੇਗਾ, ਤਾਂ ਤੁਹਾਡਾ ਵੀ ਪੇਪਰ ਜਿਹੜਾ ਹੈ ਉਹ ਵਧੀਆ ਹੋਵੇਗਾ, ਠੀਕ ਹੈ ਜੀ। ਸੋ ਸੰਦੀਪ ਸਿੰਘ ਕਲਾਸਿਸ ਵੱਲੋਂ ਜੀ ਸਾਰਿਆਂ ਨੂੰ ਮੇਰੇ ਵੱਲੋਂ ਜਿਹੜੀਆਂ ਹੈ ਉਹ ਬੈਸਟ ਵਿਸ਼ਿਸ ਆ, ਠੀਕ ਹੈ ਜੀ। ਸਾਰਿਆਂ ਦਾ ਪੇਪਰ ਜਿਹੜਾ ਹੈ ਕਲੀਅਰ ਹੋਵੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਤੁਹਾਡੇ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।